सर्ब कला समरथ डोलन ते राखो प्रभु। नानक दे कर हाथ तो सो नाथ अनाथ नमो सर। तो सो नादानी नामो सो भिखारी। ना दीन दयाल न तो सर। मोसो अज्ञान ना तो सो बेचारी। मोसो ना पतित ना पावन तो सर। मोसो बेकारी ना तो सो उपकारी। मोरे है अवगुण तू गुण सागर। जात रसातल ओट तिहारी। मोरे है अवगुण तू गुण सागर। जात रसातल ओट तिहारी। सतनाम वाहिगुरु साहिब जीओ। एक ओंकार सतगुर प्रसाद। जाप श्री मुखवाक पातशाही दसवीं। छपै छंद त्वै प्रसाद। चक्कर चिहन अर बरन जात। अर पात नहन जह। रूप रंग अर रेख पेख। को कह ना सकत कह। अचल मूरत अनभव प्रकाश। अमितोज कहिजै कोट इंद्र इंद्राण। साहे साहाण गणिजै त्रिभवन महीप। सुर नर असुर नेत नेत बन तृण कहत। त्वै सर्व नाम कथै कवन। कर्म नाम बरनत सुमत। त्वै सर्व नाम कथै कवन। कर्म नाम बरनत सुमत। वाहिगुरु जी का खालसा वाहिगुरु जी की फतेह। गुरु प्यारी साध संगत जी, आप सरबत माई भाई वड्डियां भागां दे मालक हो। जो धन धन श्री गुरु नानक देव साहिब जी महाराज सच्चे पातशाह तिन्हां दे पावन पवित्र गुर अस्थान गुरुद्वारा श्री फलाई साहिब विखे हाजरियां भर करके अपने मनुखा जीवन दियां घड़ियां ते सवासां नूं सफला बना रहे हो। सो सतगुरु महाराज जी की अपार रहमत कृपा बख्शिश दे नाल जो पिछले समय दे विच जो कि सतगुरु सच्चे पातशाह जियां ने अपने खालसे नूं अमृत वेले दियां नितनेम दियां 5 बाणियां दी बख्शिश कीती है। संध्या वेले रहरास साहिब है ते रात सौण तो पहला कीर्तन सोहला साहिब है। मनुखा जीवन की सफलता लई क्रमवार सतगुरु जी ने बख्शिशां कीतियां ने। गुर मंत्र मूल मंत्र की बख्शिश कीती है।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਹੈ, ਜਿਸ ਨੂੰ ਪੜ੍ਹ ਕੇ ਵਿਚਾਰ ਕੇ ਤੇ ਜੀਵਨ ਵਿੱਚ ਕਮਾ ਕੇ ਸਹਿਜੇ ਹੀ ਜੀਵਨ ਦਾ ਮਨੋਰਥ ਪੂਰਾ ਕੀਤਾ ਜਾ ਸਕਦਾ ਹੈ। ਸੋ ਸਾਹਿਬਾਂ ਦੀ ਅਪਾਰ ਕਿਰਪਾ ਤੇ ਆਪ ਸਰਬੱਤ ਸਾਧ ਸੰਗਤ ਜੀ ਦੀ ਆਸ਼ੀਰਵਾਦ ਦੇ ਨਾਲ ਸ਼੍ਰੀ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਕੀਤੀ ਗਈ। ਸੋ ਅੱਜ ਨਿਤਨੇਮ ਦੀ ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ 5 ਬਾਣੀਆਂ ਦੇ ਵਿੱਚੋਂ ਦੂਸਰੀ ਬਾਣੀ ਜੋ ਹੈ ਸ਼੍ਰੀ ਜਾਪ ਸਾਹਿਬ, ਜੋ ਦਸ਼ਮੇਸ਼ ਪਾਤਸ਼ਾਹ ਜੀਆਂ ਦੀ ਉਚਾਰਨ ਕੀਤੀ ਹੋਈ ਹੈ, ਉਸ ਬਾਣੀ ਦੀ ਪ੍ਰਾਰੰਭਤਾ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਤੇ ਆਪ ਹੀ ਆਪਣੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਤੇ ਸੇਵਾ ਬਖਸ਼ਿਸ਼ ਕਰਕੇ ਲੈਵਨ। ਸੋ ਜਿਸ ਪ੍ਰਕਾਰ ਕਿ ਜਪਜੀ ਸਾਹਿਬ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਅਕਾਲ ਪੁਰਖ ਦੇ ਸਨਮੁਖ ਉਚਾਰਨ ਕੀਤੀ ਹੈ, ਇਸੇ ਪ੍ਰਕਾਰ ਹੀ ਜਾਪ ਸਾਹਿਬ ਜੀ ਦੀ ਬਾਣੀ ਦਸਮ ਜਾਮੇ ਦੇ ਅੰਦਰ ਸਤਿਗੁਰੂ ਜੀ ਨੇ ਅਕਾਲ ਪੁਰਖ ਦੇ ਸਨਮੁਖ ਉਚਾਰਨ ਕੀਤੀ ਹੋਈ ਹੈ। ਜਿਸ ਵੇਲੇ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅਸਥਿਤ ਨੇ, ਉਸ ਵੇਲੇ ਇੱਕ ਪੰਡਤ ਕਾਂਸ਼ੀ ਤੋਂ ਚੱਲ ਕਰਕੇ ਆਇਆ, ਜਿਹਦਾ ਨਾਮ ਸੀ ਕਾਂਸ਼ੀ ਰਾਮ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਆਪ ਜੀ ਨੇ ਪਹਿਲੇ ਸਰੂਪ ਤੋਂ ਲੈ ਕਰਕੇ 9ਵੇਂ ਸਰੂਪ ਤੱਕ ਸ਼ਾਂਤਮਈ ਢੰਗ ਦੇ ਨਾਲ ਬਖਸ਼ਿਸ਼ ਕੀਤੀ ਹੈ। ਆਪ ਜੀ ਦੀ ਸਾਰੀ ਬਾਣੀ ਸ਼ਾਂਤਮਈ ਢੰਗ ਤਰੀਕੇ ਦੇ ਨਾਲ ਹੀ ਬਖਸ਼ਿਸ਼ਾਂ ਕਰਦੀ ਹੈ, ਤੇ ਕੋਈ ਐਸੀ ਬਖਸ਼ਿਸ਼ ਕਰੋ ਜਿਸ ਦੇ ਨਾਲ ਕਿ ਵੀਰ ਰਸ ਜਾਗਰਤ ਹੁੰਦਾ ਹੋਵੇ। ਤਾਂ ਸਾਹਿਬ ਜੀ ਨੇ ਬਚਨ ਕੀਤਾ ਕਿ ਗੁਰਮੁਖਾ, ਪਹਿਲੇ ਜਾਮੇ ਦੇ ਵਿੱਚ ਅਕਾਲ ਪੁਰਖ ਦੇ ਸਨਮੁਖ ਜਪਜੀ ਸਾਹਿਬ ਉਚਾਰਿਆ ਏ, ਤੇ ਇਸੇ ਤਰ੍ਹਾਂ ਦਸਮ ਜਾਮੇ ਦੇ ਅੰਦਰ ਸ਼੍ਰੀ ਜਾਪ ਸਾਹਿਬ ਉਚਾਰਨ ਕੀਤਾ ਏ। ਪੰਡਤ ਕਹਿਣ ਲੱਗਾ, ਸੱਚੇ ਪਾਤਸ਼ਾਹ ਫਿਰ ਕਿਰਪਾ ਕਰਕੇ ਤੇ ਅਰਥ ਵੀ ਸਮਝਾਵੋ। ਤਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਇਸ ਬਾਣੀ ਦੇ ਅਰਥ ਸ਼੍ਰੀ ਜਾਪ ਸਾਹਿਬ ਜੀ ਦੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਰੰਭ ਕਰ ਦਿੱਤੇ। ਪੂਰੀ ਸੰਗਤ ਦੇ ਵਿੱਚ 5 ਪਿਆਰੇ 5 ਮੁਕਤੇ ਦੇ ਭਾਈ ਮੋਹਨ ਸਿੰਘ ਜੀ ਲਖਾਰੀ ਲਗਾਏ ਹਨ, ਤੇ ਨਾਲ ਇੱਕ ਹੋਰ ਸਿੰਘ ਲਿਆ ਹੈ ਕੁੱਲ ਸਿੰਘ 12 ਸਿੰਘਾਂ ਨੂੰ ਨਾਲ ਲੈ ਕਰਕੇ ਸਤਿਗੁਰੂ ਜੀ ਨੇ ਇਹ ਮਹਾਨ ਕਾਰਜ ਆਰੰਭ ਕੀਤਾ ਹੈ। ਤੇ ਬਾਕੀ ਦਸਮ ਬਾਣੀ ਜਿੰਨੀ ਵੀ ਹੈ ਉਹਦੇ ਸਾਰੇ ਅਰਥ ਸਤਿਗੁਰੂ ਜੀ ਨੇ ਸ਼੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਰਹਿ ਕੇ ਕੀਤੇ। 14 ਮਹੀਨਿਆਂ ਦਾ ਸਮਾਂ ਸਤਿਗੁਰੂ ਜੀ ਨੇ ਸ਼੍ਰੀ ਹਜ਼ੂਰ ਸਾਹਿਬ ਵਿਖੇ ਬਸਰ ਕੀਤਾ ਹੈ। ਜਿਸ ਜਗ੍ਹਾ ਦੇ ਉੱਤੇ ਅੱਜ ਕੱਲ੍ਹ ਗੁਰਦੁਆਰਾ ਬਾਬਾ ਨਿਧਾਨ ਸਿੰਘ ਜੀ ਦਾ ਪ੍ਰਚਲਿਤ ਹੈ, ਉਸ ਜਗ੍ਹਾ 'ਤੇ ਪਾਤਸ਼ਾਹ ਜੀ ਨੇ ਆਪਣਾ ਆਸਣ ਰੱਖਿਆ ਏ, ਤੇ ਉੱਥੇ ਰਹਿ ਕਰਕੇ ਹੀ ਬਾਣੀ ਦੀ ਸ਼ੁੱਧ ਸੰਥਿਆ ਤੇ ਨਾਲ ਸੰਗਤਾਂ ਤਾਈਂ ਅਰਥ ਕਰਕੇ ਨਿਹਾਲ ਕੀਤਾ, ਦਰਗਾਹੀ ਬਖਸ਼ਿਸ਼ਾਂ ਕੀਤੀਆਂ। ਤੇ ਐਸੇ ਪ੍ਰਕਾਰ ਹੀ ਸ਼੍ਰੀ ਦਮਦਮਾ ਸਾਹਿਬ ਵਿਖੇ ਗੁਰੂ ਕੀ ਕਾਂਸ਼ੀ ਸਾਬੋ ਕੀ ਤਲਵੰਡੀ ਵਿਖੇ ਸਤਿਗੁਰੂ ਜੀ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਦੇ ਅਰਥ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾਂ ਦੇ ਵਿੱਚ 48 ਸਿੰਘਾਂ ਨੂੰ ਕਰਵਾਏ ਹਨ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੱਚੇ ਪਾਤਸ਼ਾਹ ਦੁਪਹਿਰ ਦੇ 12 ਵਜੇ ਤੱਕ ਬਾਣੀ ਉਚਾਰਨ ਕਰਦੇ ਨੇ। ਭਾਈ ਮਨੀ ਸਿੰਘ ਜੀ ਲਖਾਰੀ ਲਗਾਏ ਗਏ ਨੇ, ਸਾਰੀ ਬਾਣੀ ਲਿਖ ਰਹੇ ਨੇ, ਤੇ 12 ਵਜੇ ਤੋਂ ਬਾਅਦ ਸ਼ਾਮ ਤੱਕ ਭਾਈ ਮਨੀ ਸਿੰਘ ਜੀ ਗੁਰਬਾਣੀ ਦਾ ਜਾਪ ਕਰਦੇ ਨੇ, ਤੇ ਸਤਿਗੁਰੂ ਜੀ ਉਸ ਗੁਰਬਾਣੀ ਦਾ ਅਰਥ ਵਿਖਿਆਨ ਉਹਨਾਂ ਸਿੰਘਾਂ ਤਾਈਂ ਸਰਵਣ ਕਰਾਉਂਦੇ ਨੇ। ਸੋ ਇਉਂ ਦਸਮ ਜਾਮੇ ਦੇ ਅੰਦਰ ਸਤਿਗੁਰੂ ਜੀ ਨੇ ਕਲ ਜੁਗੀ ਜੀਵਾਂ ਦੇ ਭਲੇ ਹਿੱਤ ਇਹ ਧੁਰਕੀ ਬਾਣੀ ਦੀਆਂ ਭਾਰੀਆਂ ਬਖਸ਼ਿਸ਼ਾਂ ਕੀਤੀਆਂ ਹਨ। ਤੇ ਸੋ ਅਰਥ ਜੋ ਕਿ ਪੀੜੀ ਦਰ ਪੀੜੀ ਹੀ ਅੱਜ ਤੱਕ ਉਸੇ ਪ੍ਰਕਾਰ ਜਿਉਂਦੇ ਤਿਉਂ ਹੀ ਸੀਨੇ ਬਸੀਨੇ ਚੱਲਦੇ ਆ ਰਹੇ ਨੇ। ਸੋ ਇਸ ਪ੍ਰਕਾਰ ਦੇ ਨਾਲ ਜਾਪ ਸਾਹਿਬ ਜੀ ਦੀ ਜੋ ਬਾਣੀ ਹੈ, ਇਹਦੇ ਅੰਦਰ ਕਾਫੀ ਭਾਸ਼ਾਵਾਂ ਸਤਿਗੁਰੂ ਜੀ ਨੇ ਵਰਤੀਆਂ ਹਨ। ਜਿੱਥੇ ਜਿੱਥੇ ਸਤਿਗੁਰੂ ਜੀਆਂ ਨੂੰ ਯੋਗ ਵਰਤੋਂ ਲੱਗੀ ਹੈ, ਜਿਹਦੇ ਅੰਦਰ
ਹਿੰਦੀ ਵੀ ਹੈ, ਗੁਰਮੁਖੀ ਹੈ, ਅਰਬੀ ਹੈ, ਫਾਰਸੀ ਦੇ ਕੁਝ ਸ਼ਬਦ ਨੇ, ਉਰਦੂ ਭਾਸ਼ਾ ਦੇ ਵੀ ਕੁਝ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਜਾਪ ਸਾਹਿਬ ਜੀ ਦੀ ਬਾਣੀ ਦੇ ਅੰਦਰ ਵਰਤੇ ਨੇ। ਤੇ ਪੂਰਨ ਰੂਪ ਦੇ ਵਿੱਚ ਇਹ ਗੁਰਬਾਣੀ ਨਮਸਕਾਰ ਰੂਪ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਤਾਈਂ ਜੋ ਸਰਬ ਸ਼ਕਤੀਮਾਨ ਹੈ, ਬੇਅੰਤ ਨਾਵਾਂ ਦੇ ਨਾਲ ਪਰਮੇਸ਼ਰ ਦੀ ਉਸਤਤ ਹੈ ਤੇ ਨਾ ਹੀ ਉਸ ਪਰਮਾਤਮਾ ਤਾਈਂ ਨਮਸਕਾਰ ਹੈ। ਨਮੋ, ਨਮਸਤ, ਨਮੋਸਤ ਆਦਿਕ ਅਜਿਹੇ ਸ਼ਬਦ ਜੋ ਨਮਸਕਾਰ ਦੇ ਹੀ ਜਣਾਇਕ ਹਨ। ਵਾਰ-ਵਾਰ ਇਸ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਉਸ ਅਕਾਲ ਪੁਰਖ ਦੀ ਸਿਫਤ ਕਰਕੇ ਇੱਕ ਪ੍ਰਕਾਰ ਦੇ ਨਾਲ ਸਿਮਰਨ ਹੀ ਹੈ। ਜੋ ਸਿੰਘ ਅੰਮ੍ਰਿਤਧਾਰੀ ਹਨ, ਅੰਮ੍ਰਿਤ ਵੇਲੇ ਦੇ ਨਿਤਨੇਮੀ ਹਨ, ਜਦੋਂ ਇਸ ਬਾਣੀ ਦਾ ਜਾਪ ਕਰਦੇ ਨੇ ਤੇ ਇੰਜ ਪ੍ਰਤੀਤ ਹੁੰਦਾ ਏ ਕਿ ਜਿਵੇਂ ਅਸੀਂ ਸਿਮਰਨ ਕਰ ਰਹੇ ਹਾਂ, ਜਿਵੇਂ ਉਸ ਅਕਾਲ ਪੁਰਖ ਦੇ ਵੱਖੋ ਵੱਖਰੇ ਨਾਮ ਜਪ ਕੇ ਤੇ ਉਸੇ ਨੂੰ ਨਮਸਕਾਰ ਕਰੀ ਜਾ ਰਹੇ ਹਾਂ। ਸੋ ਇਸ ਪ੍ਰਕਾਰ ਦੇ ਨਾਲ ਇਤਨੀ ਸੋਹਣੀ ਰਚਨਾ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਰਚਨਾ ਕਰਨਾ ਕੀਤੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਆਰੰਭਤਾ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਇੱਕ ਓੰਕਾਰ, ਅਸਲ ਦੇ ਵਿੱਚ ਜੋ ਇੱਕ ਓੰਕਾਰ ਹੈ ਇਹਦੇ ਉਚਾਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਆਮ ਹੀ ਅਸੀਂ ਅਗਿਆਨਤਾ ਵਸ ਇਹਦਾ ਉਚਾਰਨ ਕਈ ਸੰਗਤ ਦੇ ਵਿੱਚ ਏਕਮਕਾਰ ਜਾਂ ਏਕ ਓੰਕਾਰ ਇਸ ਪ੍ਰਕਾਰ ਨਾਲ ਕਰ ਜਾਂਦੇ ਨੇ ਕਾਹਲ ਦੇ ਵਿੱਚ, ਪਰ ਨਹੀਂ, ਇਹਦਾ ਸ਼ੁੱਧ ਉਚਾਰਨ ਜੋ ਹੈ ਉਹ ਇੱਕ ਓੰਕਾਰ ਹੈ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੋ ਇੱਕ ਹੈ, ਜਿਸ ਦੇ ਵਿੱਚ ਕਿਸੇ ਪ੍ਰਕਾਰ ਦੇ ਨਾਲ ਦੋਪਨਾ ਨਹੀਂ, ਅਦਵੈਤ ਨਹੀਂ, ਜਿਸ ਦੇ ਵਿੱਚ ਦਵੈਤ ਨਹੀਂ, ਅਦਵੈਤ ਰੂਪ ਬ੍ਰਹਮ ਪ੍ਰਮਾਤਮਾ ਇੱਕ ਹੈ, ਜਿਸ ਦੇ ਵਿੱਚ ਜਾਤੀ ਵ ਜਾਤੀਆ ਸਵੈ ਗਤ ਦਾ ਕਿਸੇ ਪ੍ਰਕਾਰ ਦਾ ਭੇਦ ਹੀ ਕੋਈ ਨਹੀਂ। ਜਾਤੀ ਕਹਿੰਦੇ ਹਨ ਕਿ ਜਿਵੇਂ ਅਸੀਂ ਮਨੁੱਖ ਜਾਤੀ ਵਿੱਚ ਆਉਂਦੇ ਹਾਂ, ਉਹ ਪਰਮਾਤਮਾ ਮਨੁੱਖ ਜਾਤੀ ਦੇ ਵਿੱਚ ਵੀ ਨਹੀਂ, ਇਸ ਤੋਂ ਵੀ ਉਹ ਰਹਿਤ ਹੈ। ਜਿਸ ਪ੍ਰਕਾਰ ਦੇ ਨਾਲ ਵ ਜਾਤੀ ਭਾਵ ਜਿਵੇਂ ਕਿ ਪਸ਼ੂਆਂ ਦੀ ਇੱਕ ਦੂਸਰੀ ਜਾਤੀ ਹੈ, ਇੱਕ ਮਨੁੱਖ ਜਾਤੀ ਹੋ ਗਈ, ਇਹ ਤੇ ਇੱਕ ਸ਼੍ਰੇਣੀ ਹੈ, ਇੱਕ ਜਾਤ ਦੇ ਬੰਦੇ ਨੇ। ਪਸ਼ੂ ਜਿਹੜੇ ਨੇ ਉਹ ਮਨੁੱਖਾਂ ਤੋਂ ਹਟ ਕੇ ਦੂਸਰੀ ਜਾਤੀ ਹੈ ਤੇ ਉਹ ਪਰਮਾਤਮਾ ਪਸ਼ੂਆਂ ਦੀ ਸਜਾਤੀ ਵਿੱਚ ਵੀ ਨਹੀਂ ਆਉਂਦਾ, ਵਜਾਤੀ ਦੇ ਵਿੱਚ ਵੀ ਨਹੀਂ ਆਉਂਦਾ, ਸਜਾਤੀ ਦੇ ਵਿੱਚ ਵੀ ਨਹੀਂ ਆਉਂਦਾ ਤੇ ਸਵੈਗਤ ਦਾ ਆਪਣੇ ਆਪ ਦੇ ਵਿੱਚ ਭੇਦ ਹਨ। ਜਿਵੇਂ ਸਾਡਾ ਮਨੁੱਖੀ ਸਰੀਰ ਹੈ, ਜਿਵੇਂ ਦਾ ਸਾਡੀ ਬਾਂਹ ਹੈ ਉਵੇਂ ਦੀ ਸਾਡੀ ਲੱਤ ਨਹੀਂ, ਜਿਵੇਂ ਦੀ ਸਾਡੀ ਲੱਤ ਹੈ ਉਵੇਂ ਦਾ ਸਾਡਾ ਪੈਰ ਨਹੀਂ, ਜਿਵੇਂ ਸਾਡੀ ਹੱਥ ਦੀਆਂ ਉਂਗਲਾਂ ਹਨ ਉਵੇਂ ਸਾਡਾ ਮੂੰਹ ਨਹੀਂ। ਕਹਿਣ ਤੋਂ ਭਾਵ ਕਿ ਸਰੀਰ ਤੇ ਸਾਡਾ ਇੱਕ ਹੈ, ਪਰ ਸਰੀਰ ਦੇ ਵਿੱਚ ਵੀ ਕਈ ਪ੍ਰਕਾਰ ਦੇ ਭੇਦ ਹਨ। ਇਸ ਭੇਦ ਨੂੰ ਸਵੈਗਤ ਭਾਵ ਕਿ ਆਪਣੇ ਆਪ ਦਾ ਭੇਦ, ਆਪਣੇ ਆਪ ਦਾ ਫਰਕ ਕਿਹਾ ਏ। ਤੇ ਉਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਅੰਦਰ ਸਵੈਗਤ ਦਾ ਭੇਦ ਵੀ ਨਹੀਂ ਹੈ, ਉਹ ਜਾਤੀ ਭੇਦ, ਵਜਾਤੀ ਭੇਦ ਤੇ ਸਵੈਗਤ ਦੇ ਭੇਦ ਤੋਂ ਵੀ ਰਹਿਤ ਹੈ। ਅਦਵੈਤ ਰੂਪ ਬ੍ਰਹਮ ਹੈ, ਜਿਹਦੇ ਅੰਦਰ ਦੋਪਨਾ ਨਹੀਂ, ਕੇਵਲ ਇੱਕ ਹੈ। ਇੱਕ ਓੰਕਾਰ ਮੰਗਲ ਰੂਪ ਵੀ ਹੈ। ਸਤਿਗੁਰੂ ਪਾਤਸ਼ਾਹ ਜੀਆਂ ਨੇ ਜਿੱਥੇ ਇੱਕ ਓੰਕਾਰ ਦਾ ਉਚਾਰਨ ਕੀਤਾ ਹੈ ਨਾ, ਉੱਥੇ ਈੜੀ ਸਿਹਾਰੀ ਉੱਪਰ ਅੱਧਕ ਲਾ ਕੇ ਕੱਕਾ ਪਾ ਕੇ ਇੱਕ ਨਹੀਂ ਕਿਹਾ, ਅੱਖਰੀ ਰੂਪ ਦੇ ਵਿੱਚ ਇੱਕ ਨਹੀਂ ਕਿਹਾ, ਸਗੋਂ ਗਿਣਤੀ ਦੇ ਵਿੱਚ, ਅੰਕਾਂ ਦੇ ਵਿੱਚ ਇੱਕ ਸ਼ਬਦ ਦੀ ਵਰਤੋਂ ਕੀਤੀ ਹੈ, ਏਕਾ ਲਾਇਆ ਹੈ। ਕਹਿਣ ਤੋਂ ਭਾਵ ਇਹਦਾ ਵੀ ਇੱਕ ਕਾਰਨ ਹੈ, ਕਿਉਂਕਿ 63 ਪ੍ਰਕਾਰ ਦੇ ਭੇਦ ਪਾਏ ਜਾਂਦੇ ਸੀ। ਵੇਦਾਂ ਦੇ ਮੁਤਾਬਕ ਕੋਈ ਓੰਕਾਰ ਦਾ ਜਾਪ ਕਰਦਾ, ਕੋਈ ਓੰ ਨਮੋ, ਕੋਈ ਓੰ ਨਮੇ, ਕੋਈ ਕਹਿੰਦਾ ਸੀ ਕਿ ਆਹ ਜਾਪ ਚੰਗਾ ਹੈ, ਕੋਈ ਕਹਿੰਦਾ ਸੀ ਆਹ ਜਾਪ ਚੰਗਾ ਹੈ, ਕੋਈ ਕਹਿੰਦਾ ਸੀ ਆਹ ਨਹੀਂ, ਇਹ ਵਾਲਾ ਜਾਪ ਚੰਗਾ ਹੈ। ਇਸ ਪ੍ਰਕਾਰ ਦੇ ਭੇਦਾਂ ਦੇ ਅੰਦਰ ਲੋਕ ਫਸੇ ਹੋਏ ਸੀ, ਪਰ ਸਾਹਿਬਾਂ ਨੇ ਸਾਰੇ ਭਰਮ ਭੁਲੇਖੇ ਮਿਟਾ ਕਰਕੇ ਤੇ ਇੱਕ ਦਾ ਹੀ ਉਪਦੇਸ਼ ਕਰ ਦਿੱਤਾ ਕਿ ਭਾਈ ਓੰਕਾਰ ਪਰਮਾਤਮਾ ਦਾ ਕੇਵਲ ਇੱਕ ਹੀ ਹੈ। ਕਿਉਂਕਿ ਜੇਕਰ ਈੜੀ ਨੂੰ ਸਿਹਾਰੀ ਲਾਉਂਦੇ, ਉੱਪਰ ਅੱਧਕ ਪਾਉਂਦੇ, ਕੱਕਾ ਲਗਾਉਂਦੇ ਤੇ ਇਹਦੇ ਅਰਥ ਵੀ ਕਈ ਪ੍ਰਕਾਰ ਦੇ ਨਿਕਲ ਆਉਣੇ ਸੀ ਤੇ ਜਿਹੜੀ ਆਉਣ ਵਾਲੀ ਪੀੜ੍ਹੀ ਸੀ ਉਹਨੇ ਫਿਰ ਦਫੈਪਨ ਦੇ ਵਿੱਚ ਪੈ ਜਾਣਾ ਸੀ। ਪਰ ਸਤਿਗੁਰੂ ਜੀ ਨੇ ਇੱਕ ਦੇ ਨਾਲ ਜੋੜਨਾ ਸੀ,
ਦਵੈਤ ਮਕਾਉਣੀ ਸੀ, ਦੋ ਪਨਾ ਮਕਾਉਣਾ ਸੀ, ਇਸ ਕਰਕੇ ਏਕਾ ਲਾਇਆ ਹੈ। ਅੱਖਰਾਂ ਦੇ ਵਿੱਚ ਉਚਾਰਨ ਨਹੀਂ ਕੀਤਾ, ਅੰਕਾਂ ਦੇ ਵਿੱਚ ਏਕਾ ਲਾਇਆ ਹੈ ਕਿ ਨਿਸ਼ਚੈ ਹੋ ਜਾਵੇ ਕਿ ਅਕਾਲ ਪੁਰਖ ਸਰਵ ਸ਼ਕਤੀਮਾਨ ਪਰਮਾਤਮਾ ਇੱਕ ਹੈ, ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ ਅਤੇ ਉਹਦੇ ਅੰਦਰ ਕਿਸੇ ਪ੍ਰਕਾਰ ਦਾ ਭੇਦ ਵੀ ਨਹੀਂ, ਉਹ ਸਾਰਿਆਂ ਭੇਦਾਂ ਤੋਂ ਰਹਿਤ ਹੈ। ਓੰਕਾਰ, ਓੰਕਾਰ ਤੋਂ ਭਾਵ ਕਿ ਰੱਖਿਆ ਕਰਨ ਵਾਲਾ ਹੈ, ਸਭ ਦੀ ਰੱਖਿਆ ਕਰਦਾ ਹੈ, ਸਭਨਾਂ ਦੇ ਅੰਗ ਸੰਗ ਰਹਿਣ ਵਾਲਾ ਹੈ। ਅਤੇ ਇਸ ਪ੍ਰਕਾਰ ਦੇ ਨਾਲ ਇੱਕ ਓੰਕਾਰ ਐਸਾ ਬੀਜ ਮੰਤਰ ਹੈ ਜੋ ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਜਿਵੇਂ ਵਾਹਿਗੁਰੂ ਗੁਰਮੰਤਰ ਹੈ, ਇੱਕ ਓੰਕਾਰ ਤੋਂ ਲੈ ਕਰਕੇ ਨਾਨਕ ਹੋਸੀ ਵੀ ਸੱਚ ਤੱਕ ਮੂਲ ਮੰਤਰ ਹੈ, ਇਵੇਂ ਇੱਕ ਓੰਕਾਰ ਬੀਜ ਮੰਤਰ ਹੈ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ 523 ਵਾਰ ਆਇਆ ਹੈ। ਇੱਕ ਓੰਕਾਰ ਮੰਗਲ ਰੂਪ ਹੈ ਅਤੇ ਬੀਜ ਮੰਤਰ ਵੀ ਹੈ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ, ਸਤ ਭਾਵ ਕਿ ਸੱਤਾ ਮਾਤਰ, ਅਤੇ ਸਤ ਭਾਵ ਜੋ ਸਦੀਵ ਕਾਲ ਕਾਇਮ ਰਹਿਣ ਵਾਲਾ ਹੈ, ਨਾਸ਼ ਹੋਣ ਵਾਲਾ ਨਹੀਂ, ਜੋ ਸੱਤਾ ਮਾਤਰ ਹੈ, ਜੋ ਸ਼ਕਤੀਮਾਨ ਹੈ, ਜੋ ਸਦੀਵ ਕਾਲ ਰਹਿਣ ਵਾਲਾ ਹੈ। ਅਤੇ ਅੱਗੇ ਹੈ ਗੁਰੂ। ਗੁਰੂ ਭਾਵ ਕਿ ਗੋ ਭਾਵ ਹੈ ਕਿ ਅਗਿਆਨਤਾ, ਅਗਿਆਨਤਾ ਦਾ ਕੁੱਪ ਹਨੇਰਾ, ਅਤੇ ਰੂਹ ਨਾਮ ਹੈ ਪ੍ਰਕਾਸ਼ ਦਾ ਕਿ ਜਿਹੜਾ ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਅਤੇ ਗਿਆਨ ਦਾ ਪ੍ਰਕਾਸ਼ ਗੁਰਸਿੱਖ ਦੇ ਹਿਰਦੇ ਦੇ ਵਿੱਚ ਕਰ ਦੇਵੇ, ਉਸ ਨੂੰ ਕਹਿੰਦੇ ਨੇ ਸਤਿਗੁਰੂ। ਅਤੇ ਗੁਰੂ ਸ਼ਬਦ ਗਿਰ ਤੋਂ ਬਣਿਆ ਹੈ, ਅਤੇ ਗਿਰ ਨਾਮ ਹੈ ਪਹਾੜ ਦਾ, ਭਾਵ ਕਿ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਪਹਾੜ ਦੀ ਨਿਆਈ ਹਨ। ਜੈਸੇ ਗੁਰਬਾਣੀ ਦਾ ਬਚਨ ਹੈ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲਹ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਕਿ ਹੇ ਅਕਾਲ ਪੁਰਖ ਜੀ, ਹੇ ਸਤਿਗੁਰੂ ਜੀ, ਤੁਸੀਂ ਮੇਰੇ ਵਾਸਤੇ ਪਹਾੜ ਦੀ ਨਿਆਈ ਹੋ, ਮੈਂ ਤੁਹਾਡੀ ਓਟ ਤੱਕੀ ਹੈ। ਜਿਵੇਂ ਕਿ ਇੱਕ ਪਹਾੜ ਕਦੇ ਡੋਲਦਾ ਨਹੀਂ, ਇਸੇ ਪ੍ਰਕਾਰ ਤੁਸੀਂ ਵੀ ਕਦੇ ਡੋਲਦੇ ਨਹੀਂ, ਅਤੇ ਮੈਂ ਤੁਹਾਡੀ ਸ਼ਰਨ ਲੈ ਲਈਏ, ਜਿਸ ਕਰਕੇ ਤੁਸੀਂ ਨਹੀਂ ਡੋਲੋਗੇ ਅਤੇ ਮੈਂ ਵੀ ਨਹੀਂ ਕਦੇ ਡੋਲਾਂਗਾ। ਤੁਹਾਡਾ ਆਸਰਾ ਤੱਕਿਆ ਹੈ, ਨਾ ਕਦੇ ਤੁਸੀਂ ਡੋਲ ਸਕਦੇ ਹੋ, ਨਾ ਮੈਂ ਕਦੇ ਡਿੱਗ ਸਕਦਾ ਹਾਂ। ਅਤੇ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਤੁਸੀਂ ਮੇਰੀ ਵਕਾਰਾਂ ਤੋਂ, ਪਾਪਾਂ ਤੋਂ ਰੱਖਿਆ ਕਰ ਲਈ ਹੈ, ਰੱਖ ਲੀਨੀ ਹਰ ਮੇਰੀ। ਅਤੇ ਇਸੇ ਪ੍ਰਕਾਰ ਗਿਰ ਨਾਮ ਨਿਗਲਣ ਦਾ ਵੀ ਹੈ। ਐਸੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸੱਚੇ ਸਤਿਗੁਰੂ ਜੀ, ਜਿਹੜੇ ਗੁਰਸਿੱਖ ਦੇ ਹਿਰਦੇ ਦੇ ਵਿੱਚੋਂ ਵਕਾਰਾਂ ਦਾ ਅਭਾਵ ਕਰ ਦੇਣ ਵਾਲੇ ਨੇ, ਵਕਾਰਾਂ ਤੋਂ ਹਿਰਦੇ ਨੂੰ ਰਹਿਤ ਕਰ ਦੇਣ ਵਾਲੇ ਨੇ। ਐਸੇ ਹਨ ਸਤਿਗੁਰੂ ਸਾਹਿਬ ਜੀ। ਜੈਸੇ ਬਾਣੀ ਦਾ ਬਚਨ ਹੈ, ਕਾਮ ਕ੍ਰੋਧ ਲੋਭ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਇਹ ਸਤਿਗੁਰੂ ਦੀ ਹੀ ਹਸਤੀ ਹੈ, ਅਕਾਲ ਪੁਰਖ ਸਰੂਪ ਸਤਿਗੁਰੂ ਦੀ ਹਸਤੀ ਹੈ ਕਿ ਉਹ ਆਪਣੇ ਹਿਰਦੇ ਦੇ ਵਿੱਚੋਂ ਵੀ ਉਸ ਨੇ ਨਾਮ ਦੀ ਤਾਕਤ ਦੇ ਨਾਲ ਵਕਾਰ ਮਾਰ ਸੁੱਟੇ ਨੇ। ਅਤੇ ਜਿਹੜਾ ਐਸੇ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਫਿਰ ਉਸ ਗੁਰਸਿੱਖ ਦੇ ਹਿਰਦੇ ਦੇ ਵਿੱਚੋਂ ਵੀ ਵਕਾਰਾਂ ਨੂੰ ਬਾਹਰ ਕੱਢ ਕੇ ਸੁੱਟ ਦਿੰਦਾ ਹੈ। ਅਤੇ ਐਸੇ ਪ੍ਰਕਾਰ ਗਿਰ ਨਾਮ ਬਾਣੀ ਦਾ ਵੀ ਹੈ। ਬਾਣੀ ਵੀ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੋ ਸੱਚੇ ਹਨ, ਸੱਚਾ ਗੁਰੂ ਚਾਹੀਦਾ ਹੈ। ਬਨਾਵਟੀ ਤਾਂ ਅੱਜ ਵੀ ਸੰਸਾਰ ਦੇ ਅੰਦਰ ਬੜੇ ਤੁਰੇ ਫਿਰਦੇ ਨੇ, ਪਰ ਸੱਚੇ ਗੁਰੂ ਵਰਗਾ, ਸੱਚੇ ਗੁਰੂ ਦੀ ਤਾਕਤ ਵਰਗਾ, ਜੋ ਸੱਚ ਦੇ ਵਿੱਚ ਹੀ ਹਿਰਦੇ ਵਿੱਚੋਂ ਵਕਾਰ ਬਾਹਰ ਕੱਢ ਦੇਵੇ, ਜੋ ਸੱਚ ਦੇ ਵਿੱਚ ਹੀ ਗਿਆਨਤਾ ਨੂੰ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਤੇ ਉਹ ਵਾਕਿਆ ਹੀ ਐਸੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਹੋਰ ਦੁਨੀਆ ਦੇ ਅੰਦਰ ਬੜੇ ਬਨਾਵਟੀ ਗੁਰੂ ਹਨ, ਪਰ ਸੱਚੇ ਗੁਰੂ ਦੇ ਵਰਗਾ ਨਾ ਤੇ ਕੋਈ ਹੋਇਆ ਏ, ਨਾ ਕੋਈ ਹੈ, ਤੇ ਨਾ ਕੋਈ ਹੋ ਹੀ ਸਕਦਾ ਹੈ। ਤੇ ਅੱਗੇ ਸਾਹਿਬ ਜੀ ਬਚਨ ਕਰਦੇ ਨੇ ਕਿ ਪ੍ਰਸਾਦ, ਪ੍ਰਸਾਦ ਨਾਮ ਕਿਰਪਾ ਦਾ ਹੈ।
ਕਿ ਇੱਕ ਓੰਕਾਰ ਸਰੂਪ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਸਾਹਿਬ ਜੀ ਬਚਨ ਕਰਦੇ ਨੇ ਕਿ ਮੈਂ ਇੱਕ ਓੰਕਾਰ ਸਰੂਪ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਇਹ ਬਾਣੀ ਲਿਖ ਰਿਹਾ ਹਾਂ, ਇਹ ਗੁਰਬਾਣੀ ਇਹਦੀ ਰਚਨਾ ਰਚ ਰਿਹਾ ਹਾਂ, ਮੈਨੂੰ ਉਹਦੀ ਹੀ ਕਿਰਪਾ ਹੈ। ਤੇ ਹੇ ਮੇਰੇ ਗੁਰੂ ਦਿਓ ਸਿੱਖੋ, ਹੇ ਮੇਰੇ ਖਾਲਸਾ ਜੀ, ਤੁਸੀਂ ਵੀ ਕੇਵਲ ਤੇ ਕੇਵਲ ਇੱਕ ਓੰਕਾਰ ਦੀ ਹੀ ਓਟ ਤੱਕਣੀ ਹੈ, ਉਹਦੇ ਹੀ ਕਿਰਪਾ ਦੇ ਪਾਤਰ ਬਣਨਾ ਹੈ। ਕਦੇ ਵੀ ਝੂਠਿਆਂ ਦੇ ਮਗਰ ਲੱਗ ਕੇ ਆਪਣਾ ਜੀਵਨ ਵਿਅਰਥ ਨਹੀਂ ਕਰਨਾ, ਐਵੇਂ ਆਪਣੇ ਮਨੁੱਖਾ ਜੀਵਨ ਦਾ ਸਮਾਂ ਬਰਬਾਦ ਨਹੀਂ ਕਰਨਾ। ਤੇ ਅੱਗੇ ਸਾਹਿਬ ਜੀ ਬਚਨ ਕਰਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਪ। ਵਾਹਿਗੁਰੂ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਤੋਂ ਭਾਵ ਹੈ ਸੁਭਾਏਮਾਨ, ਸ਼੍ਰੀ ਤੋਂ ਭਾਵ ਹੈ ਸੋਭਾ ਦੇ ਦੇਣ ਵਾਲਾ, ਸ੍ਰੀ ਤੋਂ ਭਾਵ ਹੈ ਕਿ ਲక్ష్ਮੀ, ਜਿਸ ਦੇ ਸਹਾਰੇ ਮਾਇਆ ਹੈ, ਜੋ ਸਾਰਿਆਂ ਦਾ ਸ਼੍ਰੋਮਣ ਹੈ, ਜੋ ਸਾਰਿਆਂ ਦੇ ਵਿੱਚ ਸੋਭਾ ਪਾਉਣ ਵਾਲਾ ਹੈ, ਅਕਾਲ ਪੁਰਖ ਵਾਹਿਗੁਰੂ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਵਾਹਿ ਦਾ ਅਰਥ ਹੈ ਅਸਚਰਜ। ਜਿਹੜੀ ਚੀਜ਼ ਸਭ ਤੋਂ ਚੰਗੀ ਹੁੰਦੀ, ਆਪਾਂ ਉਸ ਨੂੰ ਕਹਿ ਦਿੰਦੇ ਹਾਂ ਵਾਹ, ਤੇ ਵਾਹ ਨਾਮ ਹੈ ਅਸਚਰਜ ਦਾ। ਤੇ ਇਸ ਪ੍ਰਕਾਰ ਨਾਲ ਸਾਹਿਬ ਜੀ ਬਚਨ ਕਰਦੇ ਹਨ ਕਿ ਉਹ ਪਰਮੇਸ਼ਰ ਦਾ ਨਾਮ ਵਾਹਿਗੁਰੂ। ਗੁਰੂ ਤੋਂ ਭਾਵ ਹੈ ਕਿ ਅਗਿਆਨਤਾ ਦੇ ਹਨੇਰੇ ਨੂੰ ਕੱਟ ਕੇ ਤੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਉਹ ਵਾਹਿਗੁਰੂ ਦਾ ਨਾਮ ਐਸਾ ਹੈ, ਇੰਨੀ ਵੱਡੀ ਮਹਾਨਤਾ ਵਾਲਾ ਹੈ, ਜੋ ਅਸਚਰਜ ਸਰੂਪ ਹੈ, ਜੋ ਹਿਰਦੇ ਦੇ ਵਿੱਚੋਂ ਗਿਆਨਤਾ ਕੱਢ ਕੇ ਤੇ ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ ਹੈ। ਉਹ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਕੀ ਫਤਿਹ ਕਿ ਉਸ ਪਰਮਾਤਮਾ ਦੀ ਸਦਾ ਹੀ ਜਿੱਤ ਹੈ, ਸਦਾ ਹੀ ਉਸ ਦੀ ਜਿੱਤ ਹੈ, ਕਦੇ ਉਹਦੀ ਹਾਰ ਨਹੀਂ ਹੁੰਦੀ। ਤੇ ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ ਹੈ ਜਾਂ ਉਹਦੇ ਨਾਮ ਨੂੰ ਧਿਆਉਂਦਾ ਹੈ, ਉਹ ਗੁਰਮੁਖ ਵੀ ਕਦੇ ਹਾਰ ਨਹੀਂ ਸਕਦਾ, ਉਹ ਵੀ ਆਪਣੀ ਜੀਵਨ ਬਾਜੀ ਕਦੇ ਹਾਰ ਨਹੀਂ ਸਕਦਾ, ਜਿੱਤਦਾ ਹੀ ਹੈ, ਅਟਲ ਰੂਪ ਦੇ ਵਿੱਚ ਆਪਣੀ ਜੀਵਨ ਬਾਜੀ ਸਫਲ ਹੀ ਕਰਦਾ ਹੈ। ਕਿਉਂਕਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਅਕਾਲ ਪੁਰਖ ਦੀ ਸਦੀਵ ਕਾਲ ਜਿੱਤ ਹੈ। ਤੇ ਅੱਗੇ ਬਚਨ ਕਰਦੇ ਨੇ ਕਿ ਜਾਪ, ਜਿਵੇਂ ਸ਼੍ਰੀ ਜਪਜੀ ਸਾਹਿਬ ਹੈ, ਉਸ ਗੁਰਬਾਣੀ ਦਾ ਨਾਮ ਹੈ, ਪਹਿਲੀ ਬਾਣੀ ਦਾ ਨਾਮ ਹੈ ਜਪਜੀ ਸਾਹਿਬ। ਇਸੇ ਪ੍ਰਕਾਰ ਦੂਜੀ ਬਾਣੀ ਹੈ ਜਾਪ ਸਾਹਿਬ, ਬਾਣੀ ਦਾ ਨਾਮ ਹੈ। ਜਾਪ ਦਾ ਅਰਥ ਹੈ ਗਿਆਨ ਦੇਣ ਵਾਲੀ। ਇਹ ਬਾਣੀ ਐਸੀ ਹੈ ਜੋ ਅਕਾਲ ਪੁਰਖ ਦਾ ਗਿਆਨ ਕਰਵਾਉਂਦੀ ਹੈ ਕਿ ਉਹ ਅਕਾਲ ਪੁਰਖ ਕੈਸਾ ਹੈ, ਕਿਵੇਂ ਦੀ ਉਹਦੀ ਤਾਕਤ ਹੈ, ਕਿਵੇਂ ਦੀ ਉਹਦੀ ਹਸਤੀ ਹੈ। ਤੇ ਸਤਿਗੁਰੂ ਸਾਹਿਬ ਜੀ ਸਾਨੂੰ ਗਿਆਨ ਕਰਵਾ ਰਹੇ ਨੇ। ਕੌਣ ਗਿਆਨ ਕਰਵਾ ਰਹੇ ਨੇ? ਦਸ਼ਮੇਸ਼ ਪਾਤਸ਼ਾਹ ਜੀ। ਤੇ ਇਸੇ ਪ੍ਰਕਾਰ ਜਾਪ ਭਾਵ ਕੀ ਜਪਣ ਯੋਗ ਹੈ ਇਹ ਬਾਣੀ। ਇਸ ਨੂੰ ਜਪਣਾ ਕਰੋ, ਵਾਰ-ਵਾਰ ਇਹਦਾ ਅਭਿਆਸ ਕਰੋ। ਇਸੇ ਕਰਕੇ ਹੀ ਤਾਂ ਗੁਰਸਿੱਖ ਨੂੰ ਹੁਕਮ ਹੈ ਕਿ ਹਰ ਰੋਜ਼ ਅੰਮ੍ਰਿਤ ਵੇਲੇ ਇਹਨਾਂ ਬਾਣੀਆਂ ਦਾ ਪੁਨः ਅਭਿਆਸ ਭਾਵ ਕਿ ਬਾਰ-ਬਾਰ ਅਭਿਆਸ ਕਰਨਾ ਹੈ। ਜਾਪ ਜਪਣੇ ਯੋਗ ਹੈ। ਤੇ ਜੇਕਰ ਅਨਵੈ ਕਰਕੇ ਅਰਥ ਕੀਤਾ ਜਾਵੇ, ਅਨਵੈ ਭਾਵ ਕਿ ਜੇਕਰ ਅਗਲਾ ਸ਼ਬਦ ਪਿੱਛੇ ਲਗਾ ਦਿੱਤਾ ਜਾਵੇ, ਅਗਲਾ ਅੱਖਰ ਪਿੱਛੇ ਤੇ ਪਿਛਲਾ ਅੱਖਰ ਅੱਗੇ, ਜਿਵੇਂ ਜਾਪ ਹੈ, ਜਿੱਜਾ ਜੇਕਰ ਅਸੀਂ ਪਿੱਛੇ ਲਾ ਦਈਏ, ਪੱਪਾ ਅਸੀਂ ਅੱਗੇ ਲਗਾ ਦਈਏ, ਤੇ ਜਾਪ ਦੀ ਜਗ੍ਹਾ ਤੇ ਪੂਜਾ ਬਣ ਜਾਵੇਗਾ। ਕਿ ਇਹ ਬਾਣੀ ਐਸੀ ਹੈ ਜਿਹੜਾ ਇਸ ਨੂੰ ਪੜ੍ਹੇਗਾ ਆਪਣੇ ਹਿਰਦੇ ਦੇ ਅੰਦਰ ਵਸਾਵੇਗਾ। ਤੇ ਇਹ ਗੁਰੂ ਕੀ ਬਾਣੀ ਐਸੀ ਸੱਤਾ ਵਾਲੀ ਹੈ, ਐਸੀ ਤਾਕਤ ਵਾਲੀ ਹੈ ਕਿ ਇਹ ਬਾਣੀ ਸਾਡੀ ਆਤਮਾ ਨੂੰ ਅਕਾਲ ਪੁਰਖ ਦੇ ਵਿੱਚ ਹੀ ਪਹੁੰਚਾ ਦੇਵੇਗੀ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਇੱਕ ਹੁੰਦੇ ਨੇ ਗਾਉਣ ਵਾਕ ਤੇ ਇੱਕ ਹੁੰਦੇ ਨੇ ਮੁਖ ਵਾਕ। ਸ਼੍ਰੀ ਭਾਵ ਕੀ ਸੁਭਾਏਮਾਨ ਦਸ਼ਮੇਸ਼ ਪਿਤਾ ਜੀ ਦਾ ਪਵਿੱਤਰ ਮੁਖ ਵਾਕ ਹਨ। ਉਹਨਾਂ ਦੇ ਸੁੰਦਰ ਮੁਖਾਰ ਬਿਨ ਤੋਂ ਨਿਕਲੀ ਹੋਈ ਇਹ ਪਵਿੱਤਰ ਬਾਣੀ ਹੈ। ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਪਾਤ ਦਾ ਅਰਥ ਹੈ ਕਿ ਤਖਤ, ਸ਼ਾਹੀ ਦਾ ਅਰਥ ਹੈ ਮਾਲਕ। ਇੱਕ ਹੁੰਦਾ ਏ ਬਾਦਸ਼ਾਹ ਤੇ ਇੱਕ ਹੁੰਦਾ ਏ ਪਾਤਸ਼ਾਹ। ਬਾਦਸ਼ਾਹ ਤੋਂ ਭਾਵ ਹੈ ਦੁਨਿਆਵੀ ਜੰਗਾਂ ਲੜਨ ਵਾਲਾ, ਬਾਹਰੀ ਤੌਰ 'ਤੇ ਜੰਗ ਲੜਨ ਵਾਲਾ, ਉਸ ਨੂੰ ਬਾਦਸ਼ਾਹ ਕਿਹਾ ਏ। ਜਿਵੇਂ ਬਾਹਰੀ ਤੌਰ 'ਤੇ ਜੰਗਾਂ ਹੁੰਦੀਆਂ ਨੇ ਦੋ ਧਿਰਾਂ ਦੇ ਵਿਚਕਾਰ, ਉਹਦੀ ਜੋ ਅਗਵਾਈ ਦੇ ਵਿੱਚ ਜੰਗ ਹੁੰਦੀ ਏ ਬਾਦਸ਼ਾਹ ਦੇ ਹੁਕਮ ਦੇ ਅੰਦਰ। ਇੱਕ ਹੈ ਪਾਤਸ਼ਾਹੀ ਪੱਪੇ ਦੇ ਨਾਲ,
ਪੱਪਾ ਭਾਵ ਕੀ ਪਾਤਸ਼ਾਹੀ ਸਰੂਪ ਰੂਪੀ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਵਿੱਤਰ ਮੁਖਾਰ ਬਿੰਦ ਤੋਂ ਨਿਕਲੇ ਹੋਏ ਇਹ ਬਚਨ ਜਿਨ੍ਹਾਂ ਨੂੰ ਅਸੀਂ ਸਰਵਣ ਕਰ ਰਹੇ ਹਾਂ। ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ। ਛਪੈ ਤੋਂ ਭਾਵ ਹੈ ਕਿ 6 ਪੰਗਤੀਆਂ ਦਾ ਜਿਹੜਾ ਛੰਦ ਹੋਵੇ ਉਹਨੂੰ ਛਪੈ ਛੰਦ ਕਿਹਾ ਜਾਂਦਾ ਏ। ਤਵੈ ਪ੍ਰਸਾਦ ਤੇਰੀ ਕਿਰਪਾ ਦੇ ਨਾਲ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤੁਹਾਡੀ ਕਿਰਪਾ ਦੇ ਨਾਲ ਇਹ ਜਾਪ ਸਾਹਿਬ ਦੀ ਬਾਣੀ ਉਚਾਰਨ ਕਰਦਾ ਹਾਂ। ਤੇ ਹੇ ਸੰਗਤ ਜੀ, ਹੇ ਖਾਲਸਾ ਜੀ, ਤੁਸੀਂ ਬੜੇ ਪ੍ਰੇਮ ਦੇ ਨਾਲ ਸਰਵਣ ਕਰਨਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੋ ਸਾਨੂੰ ਅਕਾਲ ਪੁਰਖ ਦੇ ਤਾਈਂ ਬਖਸ਼ਿਸ਼ ਕਰ ਰਹੇ ਨੇ, ਜੋ ਅਕਾਲ ਪੁਰਖ ਦਾ ਸਰੂਪ ਸਾਨੂੰ ਸਮਝਾ ਰਹੇ ਨੇ, ਹੇ ਗੁਰਸਿੱਖੋ, ਤੁਹਾਨੂੰ ਪਤਾ ਲੱਗ ਜਾਵੇ ਕਿ ਉਹ ਅਕਾਲ ਪੁਰਖ ਕੈਸੀ ਹਸਤੀ ਦਾ ਮਾਲਕ ਹੈ, ਕਿਵੇਂ ਦਾ ਉਹਦਾ ਸਰੂਪ ਹੈ ਤੇ ਕਿਵੇਂ ਦੇ ਉਹਦੇ ਕਾਰਜ ਨੇ, ਉਹ ਕੀ ਕਰਦਾ ਹੈ, ਕਿੱਥੇ ਰਹਿੰਦਾ ਹੈ, ਕਿਸ ਪ੍ਰਕਾਰ ਦੇ ਨਾਲ ਉਹ ਰਿੱਧਦਾ ਹੈ ਤੇ ਕਿਵੇਂ ਬਖਸ਼ਿਸ਼ਾਂ ਕਰਦਾ ਹੈ। ਸਾਹਿਬ ਜੀ ਸਾਨੂੰ ਦੱਸਣਾ ਕਰਦੇ ਨੇ ਤਾਂ ਸਾਹਿਬ ਜੀ ਬਚਨ ਕਰਦੇ ਹਨ ਕਿ ਚੱਕਰ ਚਿਹਨ ਅਰ ਬਰਨ ਜਾਤ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ ਕਿ ਜਿਸ ਦੇ ਨਾ ਤਾਂ ਕੋਈ ਚੱਕਰ ਹੈ, ਜਿਸ ਪ੍ਰਕਾਰ ਦੇ ਨਾਲ ਭ੍ਰਿਗੂ ਆਦਿ ਦੇ ਚੱਕਰ ਹੁੰਦੇ ਨੇ, ਜਿਵੇਂ ਆਪਣੇ ਹੱਥਾਂ ਦੇ ਨਾਲ ਲਕੀਰਾਂ ਮੱਥੇ ਉੱਤੇ ਕੱਢ ਲੈਂਦੇ ਨੇ, ਇਸ ਪ੍ਰਕਾਰ ਦਾ ਪਰਮਾਤਮਾ ਦੇ ਵਿੱਚ ਕੋਈ ਵੀ ਚੱਕਰ ਨਹੀਂ। ਚਿਹਨ ਜਿਵੇਂ ਰੁਦਰਾਖੀ ਮਾਲਾ ਹੈ, ਕੰਠੀ ਮਾਲਾ ਆਦਿਕ, ਇਸ ਪ੍ਰਕਾਰ ਦਾ ਪਰਮਾਤਮਾ ਦਾ ਕੋਈ ਚਿੰਨ੍ਹ ਨਹੀਂ, ਚਿੰਨ੍ਹਾਂ ਤੋਂ ਉਹਦੀ ਪਛਾਣ ਨਹੀਂ ਕੀਤੀ ਜਾ ਸਕਦੀ। ਵਿਸ਼ੇਸ਼ ਰੂਪ ਦੇ ਵਿੱਚ ਉਹਦਾ ਕੋਈ ਵੀ ਚਿੰਨ੍ਹ ਨਹੀਂ। ਚੱਕਰ ਚਿਹਨ ਅਰ ਬਰਨ ਜਾਤ, ਉਹਦਾ ਕਿਸੇ ਪ੍ਰਕਾਰ ਦਾ ਵਿਸ਼ੇਸ਼ ਕੋਈ ਵਰਨ ਨਹੀਂ। ਵਰਨ ਭਾਵ ਕਿ ਜਿਵੇਂ 4 ਬਾਹਰੀ ਤੌਰ 'ਤੇ ਵਰਨ ਮੰਨੇ ਗਏ ਨੇ, ਬ੍ਰਾਹਮਣ, ਕਸ਼ਤਰੀ, ਵੈਸ਼, ਵੀ ਨਹੀਂ ਹੈ, ਕਿਸੇ ਵਰਨ ਦੇ ਵਿੱਚ ਉਹ ਆਉਂਦਾ ਨਹੀਂ। ਤੇ ਵਰਨ ਤੋਂ ਭਾਵ ਹੈ ਕਿ ਵਰਣਨ ਕਰਨਾ, ਉਸ ਨੂੰ ਵਰਣਨ ਵੀ ਕੀਤਾ ਨਹੀਂ ਜਾ ਸਕਦਾ, ਪੂਰਨ ਰੂਪ ਦੇ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ। ਚੱਕਰ ਚਿਹਨ ਅਰ ਬਰਨ, ਉਹਨੂੰ ਕਿਸੇ ਪ੍ਰਕਾਰ ਦੇ ਨਾਲ ਵਰਣਨ ਨਹੀਂ ਕੀਤਾ ਜਾ ਸਕਦਾ। ਉਹ 4 ਵਰਨਾਂ ਤੋਂ ਵੀ ਰਹਿਤ ਹੈ, ਇਹਨਾਂ ਦੇ ਵਿੱਚ ਉਹ ਆਉਣ ਵਾਲਾ ਨਹੀਂ। ਜਾਤ ਅਰ ਪਾਤ ਨਹਿਨ ਜਿਹ, ਤੇ ਜਿਸ ਪਰਮਾਤਮਾ ਦੀ ਕੋਈ ਜਾਤ ਨਹੀਂ, ਕੋਈ ਉਹਦੀ ਗੋਤ ਨਹੀਂ। ਜਿਵੇਂ ਅਸੀਂ ਜਾਤਾਂ ਬਣਾਈਆਂ ਹੋਈਆਂ ਨੇ, ਮਨੁੱਖਾਂ ਨੇ, ਮਨੁੱਖ ਜਾਤੀ ਨੇ ਬੜੀਆਂ ਜਾਤਾਂ ਬਣਾਈਆਂ ਨੇ ਜੀ, ਇਹ ਜੁਲਾਹਾ ਹੈ, ਇਹ ਜੀ ਬ੍ਰਾਹਮਣ ਹੈ, ਇਹ ਜੀ ਜੱਟ ਹੈ, ਇਹ ਜੀ ਘੁਮਿਆਰ ਹੈ। ਇਵੇਂ ਦੇ ਵਿਤਕਰੇ ਅਸੀਂ ਮਨਾਂ ਦੇ ਵਿੱਚ ਪਾਲੀ ਬੈਠੇ ਹਾਂ। ਪਰ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਪੰਥ ਸਾਜ ਕੇ ਸਾਨੂੰ ਸਾਰਿਆਂ ਨੂੰ ਇੱਕ ਰੂਪ ਕੀਤਾ ਸੀ, ਪਰ ਅੱਜ ਅਸੀਂ ਫਿਰ ਵੰਡੀਆਂ ਦੇ ਵਿੱਚ ਵੰਡੇ ਗਏ। ਖੈਰ, ਸਤਿਗੁਰੂ ਸਾਨੂੰ ਸਮਤ ਬਖਸ਼ਣ, ਇਹ ਵਿਸ਼ਾ ਨਹੀਂ। ਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਵੇਖੋ, ਉਸ ਪਰਮਾਤਮਾ ਦਾ ਕੋਈ ਜਾਤ ਨਹੀਂ, ਕੋਈ ਉਹਦੀ ਗੋਤ ਨਹੀਂ। ਤੇ ਜਾਤ ਦਾ ਅਰਥ ਇਹ ਵੀ ਹੈ ਕਿ ਉਹ ਜੰਮਦਾ ਵੀ ਨਹੀਂ, ਉਹ ਜੰਮਣ ਦੇ ਵਿੱਚ ਨਹੀਂ ਆਉਂਦਾ। ਤੇ ਪਾਤ ਭਾਵ ਕਿ ਪਤਨ ਹੋਣ ਦੇ ਵਿੱਚ, ਮਰਨ ਦੇ ਵਿੱਚ ਵੀ ਨਹੀਂ ਆਉਂਦਾ, ਉਹ ਵੀ ਨਹੀਂ। ਉਹ ਇੱਕ ਰੂਪ ਹੈ, ਇੱਕ ਪ੍ਰਕਾਰ ਦੇ ਨਾਲ ਉਹ ਪ੍ਰਕਾਸ਼ ਰੂਪ ਹੀ ਹੈ। ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਹਿ। ਤੇ ਉਸ ਪਰਮਾਤਮਾ ਦਾ ਕੋਈ ਰੂਪ ਵਿਸ਼ੇਸ਼ ਕਰਕੇ ਉਹਦਾ ਕੋਈ ਆਕਾਰ ਵੀ ਨਹੀਂ, ਤੇ ਨਾ ਹੀ ਉਹਦਾ ਕੋਈ ਰੰਗ ਹੈ। ਰੂਪ ਰੰਗ ਅਰ ਰੇਖ ਭੇਖ, ਤੇ ਕਿਸੇ ਦੇ ਨਾਲ ਉਹਦੀ ਕੋਈ ਰੇਖਾ, ਕੋਈ ਉਹਦਾ ਵਿਸ਼ੇਸ਼ ਕਰਕੇ ਚਿੰਨ੍ਹ ਵੀ ਨਹੀਂ। ਜਿਵੇਂ ਕਈਆਂ ਦੇ ਹੱਥਾਂ ਦੇ ਮਾਸ, ਉਂਗਲੀਆਂ ਦੇ ਪੋਟਿਆਂ ਦੇ ਉੱਤੇ ਚੱਕਰ ਬਣੇ ਹੁੰਦੇ ਨੇ, ਜਾਂ ਕਈਆਂ ਦੇ ਸੰਖ ਬਣੇ ਹੁੰਦੇ ਨੇ, ਇਸ ਪ੍ਰਕਾਰ ਦੇ ਨਾਲ ਪਰਮਾਤਮਾ ਦਾ ਕੋਈ ਰੇਖਾ ਵੀ ਨਹੀਂ, ਕੋਈ ਵਿਸ਼ੇਸ਼ ਚਿੰਨ੍ਹ ਵੀ ਨਹੀਂ, ਕੋਈ ਉਹਦਾ ਰੰਗ ਨਹੀਂ ਕਿ ਉਹ ਚਿੱਟੇ ਰੰਗ ਦਾ ਹੈ ਜਾਂ ਉਹ ਕਾਲੇ ਰੰਗ ਦਾ ਹੈ ਜਾਂ ਉਹ ਮੱਧਮ ਦੇ ਵਿੱਚ ਹੈ। ਇਸ ਪ੍ਰਕਾਰ ਦਾ ਕੋਈ ਵੀ ਉਹਦੇ ਅੰਦਰ ਭੇਦ ਨਹੀਂ।
रूप रंग अर रेख भेख भेख भाव की लिबास। वो किसी प्रकार दे लिबास तो भी रहत है। रूप रंग अर रेख भेख को कह ना सकत कहते है भाई, कोई भी नहीं कह सकता कि वो परमात्मा किहो जिहा है, उदा रूप किहड़ा है, उदा रंग किहड़ा है, इस बारे कोई भी दस नहीं सकता। पातशाह कहन लगे नहीं रुको, इत्थे ही गल समाप्त नहीं हुंदी, अगे भी सुनना करो। साहब जी कहन लगे अचल मूरत अन भाओ प्रकाश। वो परमात्मा अचल स्वरूप वाला है, मूर्त भाव की स्वरूप, अचल भाव की सदैव काल रहन वाली। उदा स्वरूप कैसा है, जो कदे नाश नहीं हुंदा, जो अविनाशी है, जो नाश तो रहत है, अचल मूर्त वाला है ते अन भाओ प्रकाश। उदा प्रकाश अपने आप तो है, उन्हें प्रकाश किसी तो उधारा नहीं लिया होया कि जिमें बाहरी तौर ते बिजली का प्रकाश है, ये प्रकाश अनंता प्रकाश है। भाव कि ये प्रकाश वो है जिहड़ा किसी दे द्वारा आ रहा है। जिमें असी घरां दे विच रोशनी करदे हां, लाइट जगाउंदे हां, बल्ब आदिक ने, इन्हां दी रोशनी जेकर असी स्विच ऑन करदे हां तां रोशनी जग रही है, रोशनी आ रही है, लाइट जग रही है। पर जेकर स्विच बंद कर देंदे हाँ जां किसी प्रकार दे नाल तार दी किते खराबी पै जावे, पावर हाउस विच खराबी पै जावे, तो वो जिहड़ा प्रकाश है, बिजली जिहड़ी है जो प्रकाश करन वाली है, करन दा माध्यम है, वो उत्थे ही रुक जाता है तो लाइट जिहड़ी है वो जगदी नहीं, हनेरा छा जाता है। इस प्रकार दी जिहड़ियां ज्योतियां ने, जिवें सूरज है, चंद्रमा है, तारे ने, अग्नि है, ये सारियां इस प्रकार दीयां ज्योतियां जो परता प्रकाश हैं। इन्हां दा प्रकाश अपना नहीं, इन्हां नूं प्रकाश देण वाला भी अकाल पुरख वाहिगुरू ही है। जे सूरज की रोशनी है तो ये पिछे अकाल पुरख की रोशनी है, जे चंद्रमा की रोशनी है तो ये मगर अकाल पुरख का हाथ है, उसकी सत्ता काम करदी है। उसकी सत्ता तो बगैर सूरज का भी कोई किसी प्रकार दे नाल जोर नहीं कि अपनी कर दे, उदा हुक्म है। सूरज ओनी चंद्रमा ओनी देर प्रकाश कर रहा है, तारे ओनी देर तक प्रकाश कर रहे ने, पर वो अकाल पुरख मालक है, भाव सुते सिद्ध प्रकाश है, वो किसी कोलों प्रकाश लैके नहीं रह रहा। उसकी शक्ति ऐसी है कि वो अपने आप तो बनया है, ते अपनी ताकत का मालक वो आप ही है, तो वो वर्गा दूजा कोई नहीं, शरीकेदारी करने वाला कोई नहीं, अपने वर्गा तो केवल वो एक ही है। अन भाओ प्रकाश अमितोज कहिजै। अमित कहा जाता है कि मिणती तो रहत, तोज कहते हैं कि बल नूं, ताकत नूं, परमात्मा की ऐसी ताकत जो अमित है, मिणती तो रहत बल वाला है। जिमें कि धन धन श्री गुरु गोबिंद सिंह महाराज सच्चे पातशाह गुरु के लाहौर सतगुरु पातशाह जिया ने एक ऐसा वर्षा जो बाहरों मंगवाया गया सी, सतगुरु जी ने बाल उम्र दे विच एक पत्थर दे विच, सख्त पत्थर दे विच वो बरसा जिहड़ा सीगा अपनी ताकत दे नाल उहदे विच फसा दिता। कोई इस प्रकार दे नाल कर नहीं सकता कि एक पत्थर दे विच बरछे नूं पूरा उहदे विच खोब देवे तो फिर उसनूं बाहर भी कढ़ सके। तो सतगुरु महाराज जी संगो शाह नूं जो नेले खलोता सी उहनूं कहन लगे भी संगो शाह इस बरछे नूं बाहर कढ़ के विखा। उसने अपनी बड़ी ताकत लगाई, जिन्नी दा मालक हैगा सी ताकत वरत लई, पर बाहर नहीं कढ़ सकिया। सतगुरु जी घोड़े के उपर सवार हैं तो घोड़े के उपर सवार होया ने सहजे ही उस बरछे नूं बाहर कढ़ लिया। लागे खड़ा सी जीत माल, उहदे मन दे विच विचार आई जेकर पातशाह मैनूं कहिंदे ते मैं बाहर कढ़ देना सी। सतगुरु जी ने मुस्करा के जानी जान अंतरजामी सतगुरु सच्चे पातशाह सतगुरु जी ने फिर दोबारा उस पत्थर दे विच बरसा जिहड़ा सीगा उहदे विच ही खोब दिता दूसरी जगह दे उत्ते। पातशाह कहन लगे जीत मल हुण तू कढ़ के विखा।
ਜੀਤ ਮਲ ਨੇ ਬੜਾ ਜ਼ੋਰ ਲਾਇਆ ਏ ਪਰ ਕੱਢ ਨਹੀਂ ਸਕਿਆ, ਸ਼ਰਮਿੰਦਾ ਹੋ ਗਿਆ ਤੇ ਸਤਿਗੁਰੂ ਜੀ ਨੇ ਫੇਰ ਦੁਬਾਰਾ ਉਸ ਨੂੰ ਬਾਹਰ ਕੱਢ ਦਿੱਤਾ। ਹੈ ਕੋਈ ਐਸੀ ਤਾਕਤ ਦਾ ਮਾਲਕ ਜੋ ਪੱਥਰ ਦੇ ਵਿੱਚ ਵੀ ਦੁਨੀਆ ਦੇ ਉੱਤੇ ਬੜੇ ਤਾਕਤਵਾਰ ਹੋਏ ਨੇ, ਬੜੇ ਬਲਵਾਨ ਕਹਿਣ ਕਹਾਉਣ ਵਾਲੇ ਭਲਵਾਨ ਹੋਏ ਨੇ, ਬੜੀ ਆਪਣੀ ਤਾਕਤ ਦਾ ਹੰਕਾਰ ਕਰਨ ਵਾਲੇ ਸੰਸਾਰ ਤੇ ਆਏ ਨੇ, ਪਰ ਐਸੀ ਸੱਤਾ ਦਾ ਮਾਲਕ ਜੋ ਪੱਥਰ ਦੇ ਵਿੱਚ ਹੀ ਬਰਸੇ ਨੂੰ ਘਸਾ ਦੇਵੇ, ਪੂਰਾ ਖੋਬ ਦੇਵੇ ਤੇ ਉਹਨੂੰ ਬਾਹਰ ਵੀ ਕੱਢ ਲਵੇ। ਤੇ ਫਿਰ ਇੱਥੇ ਹੀ ਗੱਲ ਖਤਮ ਨਹੀਂ ਹੁੰਦੀ। ਉਹ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਪੱਥਰ ਦੇ ਵਿੱਚ ਬਰਸ਼ਾ ਖੋਬਣਾ ਕੀਤਾ ਏ, ਜਦ ਉਸ ਨੂੰ ਬਾਹਰ ਕੱਢਦੇ ਤੇ ਇੱਕ ਅੰਮ੍ਰਿਤਮਈ ਜਲ ਦੀ ਧਾਰਾ ਵਹਿ ਤੁਰਦੀ ਸੀ। ਦੂਜੇ ਥਾਂ ਤੇ ਪੱਥਰ ਦੇ ਵਿੱਚ ਬਰਸ਼ਾ ਖੋਬਿਆ ਏ, ਬਾਹਰ ਕੱਢਿਆ ਏ, ਫਿਰ ਅੰਮ੍ਰਿਤਮਈ ਜਲ ਦੀ ਧਾਰਾ ਵਹਿ ਤੁਰੀ ਹੈ। ਦੋ ਧਾਰਾਂ ਵਹੀਆਂ ਤੇ ਮਾਮਾ ਕਿਰਪਾਲ ਚੰਦ ਜੀ ਲਾਗੇ ਖਲੋਤੇ ਸਨ। ਕਹਿਣ ਲੱਗੇ, ਪਾਤਸ਼ਾਹ ਇੰਨੀ ਖੁਸ਼ੀ ਦੇ ਵਿੱਚ ਆਏ ਹੋ ਤੇ ਕਿਰਪਾ ਕਰੋ ਤੀਜੀ ਵਾਰ ਬਰਸ਼ਾ ਫਿਰ ਇਹਦੇ ਵਿੱਚ ਖੋਬੋ ਤੇ ਤੀਸਰੀ ਧਾਰਾ ਪ੍ਰਗਟ ਕਰ ਦਿਓ। ਕਿੱਥੇ ਸਾਡੇ ਗੁਰੂ ਨਾਨਕ ਦੇ ਸਿੱਖ ਪ੍ਰਾਗਰਾਜ ਜਾਂਦੇ ਰਹਿਣਗੇ, ਦੂਰੀਆਂ ਤੈਅ ਕਰਦੇ ਰਹਿਣਗੇ, ਤੁਸੀਂ ਇੱਥੇ ਹੀ ਗੁਰਸਿੱਖਾਂ ਦੀ ਤਰਵੇਣੀ ਬਣਾ ਦਿਓ। ਤੇ ਪਾਤਸ਼ਾਹ ਜੀ ਨੇ ਮੌਜ ਵਿੱਚ ਆਏ, ਤੀਜੀ ਵਾਰ ਉਸ ਬਰਸ਼ੇ ਨੂੰ ਖੋਬਿਆ ਤੇ ਤੀਸਰੀ ਧਾਰਾ ਪ੍ਰਗਟ ਹੋ ਕਰਕੇ ਤ੍ਰਿਵੇਣੀ ਬਣ ਗਈ, ਜੋ ਅੱਜ ਵੀ ਮੌਜੂਦ ਹੈ। ਸੰਗਤਾਂ ਜਾਂਦੀਆਂ ਨੇ ਗੁਰੂ ਕੇ ਲਾਹੌਰ, ਦਰਸ਼ਨ ਦੀਦਾਰੇ ਕਰਦੀਆਂ ਨੇ ਤੇ ਨਾਂਦੀਆਂ ਨੇ। ਨਾ ਤਾਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ, ਨਾ ਕੋਈ ਉੱਥੇ ਬੰਬੀ ਹੈ, ਨਾ ਕਿਸੇ ਪ੍ਰਕਾਰ ਦੇ ਨਾਲ ਕੋਈ ਐਸਾ ਜ਼ਰੀਆ ਜਿਹਦੇ ਨਾਲ ਕਿ ਪਾਣੀ ਉਸ ਜਗ੍ਹਾ ਤੋਂ ਬਾਹਰ ਆ ਸਕੇ। ਇਹ ਕੇਵਲ ਤੇ ਕੇਵਲ ਬਖਸ਼ਿਸ਼ ਅੰਮ੍ਰਿਤ ਬਲ ਦੀ ਹੈ। ਅਮਿਤੋਜ ਕਹਿਜੈ ਉਹ ਅਕਾਲ ਪੁਰਖ ਵਾਹਿਗੁਰੂ ਤੇ ਉਹਦੇ ਪਿਆਰੇ ਜੋ ਉਹਦਾ ਹੀ ਰੂਪ ਹੋ ਜਾਂਦੇ ਨੇ, ਅੰਮ੍ਰਿਤ ਬਲ ਵਾਲੇ ਕਹੇ ਜਾਂਦੇ ਨੇ। ਅਮਿਤੋਜ ਕਹਿਜੈ, ਅੰਮ੍ਰਿਤ ਬਲ ਵਾਲਾ ਕਿਹਾ ਜਾਂਦਾ ਹੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ, ਕਰੋੜਾਂ ਇੰਦਰ ਤੇ ਇੰਦਰਾਂ ਦੀਆਂ ਘਰ ਵਾਲੀਆਂ, ਕਰੋੜਾਂ ਹੀ ਇੰਦਰ ਦੇਵਤੇ ਤੇ ਉਹਨਾਂ ਦੀਆਂ ਘਰ ਵਾਲੀਆਂ। ਸਾਹੇ ਸਾਹਾਣ ਗਣਿਜੈ, ਸਾਹੇ ਤੋਂ ਭਾਵ ਬ੍ਰਹਮਾ ਤੇ ਬ੍ਰਹਮਾ ਦੀਆਂ ਘਰ ਵਾਲੀਆਂ। ਸਾਹੇ ਸਾਹਾਣ ਗਣਿਜੈ ਭਾਵ ਕਿ ਇਸ ਤਰੀਕੇ ਨਾਲ ਵਿਚਾਰ ਕਰਦੀਆਂ ਨੇ ਉਸ ਪਰਮਾਤਮਾ ਅਕਾਲ ਪੁਰਖ ਦੇ ਤਾਈਂ ਕਿ ਤ੍ਰਿਭਵਨ ਮਹੀਪ ਜੋ ਪਰਮਾਤਮਾ ਹੈ ਉਹ ਤਿੰਨਾਂ ਭਵਨਾਂ ਦਾ ਮਾਲਕ ਹੈ। ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, ਉਹ ਤਿੰਨਾਂ ਭਵਨਾਂ ਦਾ ਹੀ ਰਾਜਾ ਹੈ। ਤ੍ਰਿਭਵਨ ਮਹੀਪ, ਉਹ ਸਾਰਾ ਕੁਛ ਹੀ ਉਹਦੇ ਹੁਕਮ ਦੇ ਅੰਦਰ ਹੈ, ਉਹਦੇ ਹੁਕਮ ਤੋਂ ਬਾਹਰ ਤਾਂ ਹੈ ਹੀ ਕੁਝ ਨਹੀਂ। ਤਿੰਨਾਂ ਭਵਨਾਂ ਦਾ ਉਹ ਰਾਜਾ ਹੈ, ਉਹ ਮਾਲਕ ਹੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਸੁਰ ਤੋਂ ਭਾਵ ਕੀ ਦੇਵਤੇ, ਨਰ ਤੋਂ ਭਾਵ ਕੀ ਮਨੁੱਖ, ਅਸੁਰ ਤੋਂ ਭਾਵ ਕੀ ਰਾਖਸ਼, ਸਾਰਿਆਂ ਦਾ ਹੀ ਉਹ ਮਾਲਕ ਹੈ। ਸਾਰਿਆਂ ਦੇ ਅੰਦਰ ਉਹ ਸਮਾਇਆ ਹੋਇਆ ਏ। ਦੇਵਤੇ ਵਾਲੀ ਬਿਰਤੀ ਦੇ ਅੰਦਰ ਵੀ ਉਹ ਆਪ ਬੈਠਾ ਹੈ, ਰਾਖਸ਼ ਬਿਰਤੀ ਵਾਲੇ ਦੇ ਅੰਦਰ ਉਹਦਾ ਹੀ ਪ੍ਰਕਾਸ਼ ਹੈ ਤੇ ਉਹ ਸਾਰੀ ਖੇਡ ਖੇਡਣ ਵਾਲਾ ਆਪ ਹੀ ਹੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਨੇਤ ਨੇਤ ਜੋ ਪਰਮਾਤਮਾ ਨਿਤ ਹੈ, ਨੇਤ ਨੇਤ ਜੋ ਪਰਮਾਤਮਾ ਸਦੀਵ ਕਾਲ ਨਵਾਂ ਹੈ, ਕਦੇ ਪੁਰਾਣਾ ਨਹੀਂ ਹੁੰਦਾ, ਜੋ ਹਮੇਸ਼ਾ ਹੀ ਨਵੇਂ ਰੂਪ ਵਾਲਾ ਹੈ। ਤੇ ਬਨ ਤ੍ਰਿਣ ਕਹਿਤ, ਬਨ ਭਾਵ ਕੀ ਜੰਗਲ, ਤ੍ਰਿਣ ਭਾਵ ਕੀ ਤੀਲੇ, ਜੰਗਲਾਂ ਦੇ ਵਣਾਂ ਦੇ ਵਿੱਚ ਤੀਲਿਆਂ ਦੇ ਅੰਦਰ ਵੀ ਉਹਦਾ ਵਾਸਾ ਹੈ। ਇਸ ਪ੍ਰਕਾਰ ਦੇ ਨਾਲ ਇੰਦਰ ਦੇਵਤੇ ਤੇ ਉਹਨਾਂ ਦੀਆਂ ਘਰ ਵਾਲੀਆਂ, ਬ੍ਰਹਮਾ ਦੇ ਦੇਵਤੇ ਤੇ ਉਹਨਾਂ ਦੀਆਂ ਘਰ ਵਾਲੀਆਂ ਇਉਂ ਵਿਚਾਰ ਕਰਦੀਆਂ ਨੇ ਕਿ ਉਹ ਪ੍ਰਮਾਤਮਾ ਕਿਹੜੀ ਜਗ੍ਹਾ ਹੈ ਜਿੱਥੇ ਕਿ ਉਹਦਾ ਵਾਸਾ ਨਹੀਂ। ਮਨੁੱਖਾਂ ਦੇ ਅੰਦਰ ਉਹਦਾ ਵਾਸਾ ਹੈ, ਵਣ ਖੰਡ ਦੇ ਵਿੱਚ ਉਹਦਾ ਵਾਸਾ ਹੈ, ਬਨਸਪਤੀਆਂ 'ਚ ਵਾਸਾ ਹੈ, ਤ੍ਰਿੜਾਂ ਦੇ ਅੰਦਰ ਵਾਸਾ ਹੈ। ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਕਿ ਪ੍ਰਮਾਤਮਾ ਨਾ ਹੋਵੇ। ਤੇ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਕਿ ਤਵੈ ਸਰਬ ਨਾਮ ਕਥੈ ਕਵਨ। ਹੇ ਪਰਮਾਤਮਾ, ਹੇ ਵਾਹਿਗੁਰੂ, ਹੇ ਅਕਾਲ ਪੁਰਖ ਜੀ, ਤੁਹਾਡੇ ਸਾਰੇ ਨਾਮ, ਤੁਹਾਡੀ ਸਾਰੀ ਤਾਕਤ ਨੂੰ ਤਵੈ ਸਰਬ ਨਾਮ ਕਥੈ ਕਵਨ। ਹੈ ਪਰਮਾਤਮਾ ਜੀ, ਤੁਹਾਡੇ ਸਾਰਿਆਂ ਨਾਮਾਂ ਨੂੰ ਕੋਈ ਵੀ ਕਥਨ ਨਹੀਂ ਕਰ ਸਕਦਾ, ਕੋਈ ਵੀ ਕਹਿ ਨਹੀਂ ਸਕਦਾ ਕਿ ਮੈਂ ਪਰਮਾਤਮਾ ਦਾ ਅੰਤ ਪਾ ਲਿਆ ਜਾਂ ਮੈਂ ਪਰਮਾਤਮਾ ਦੀ ਵਡਿਆਈਆਂ ਦਾ ਅੰਤ ਪਾ ਲਿਆ ਹੈ। ਨਹੀਂ, ਉਹ ਪਰਮਾਤਮਾ ਤਾਂ
ਬੇਅੰਤ ਹੈ ਤੇ ਬੇਅੰਤ ਹੀ ਉਹਦੀ ਸ੍ਰਿਸ਼ਟੀ ਹੈ, ਉਹਦੀ ਕਾਇਨਾਤ ਹੈ, ਉਹਦੀ ਰਚਨਾ ਹੈ। ਜਦ ਕਿ ਉਹਦੀ ਸ੍ਰਿਸ਼ਟੀ ਦਾ ਕਿਤੇ ਅੰਤ ਨਹੀਂ ਆ ਸਕਦਾ ਤੇ ਬਣਾਉਣ ਵਾਲੇ ਦਾ ਅੰਤ, ਕਰਤੇ ਦਾ ਅੰਤ ਕਿੱਦਾਂ ਪਾ ਸਕਦੇ ਹਾਂ? ਨਹੀਂ ਪਾ ਸਕਾਂਗੇ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਰਨਤ ਸੁਮਤ। ਤੇ ਖੀਰ ਸਾਹਿਬ ਜੀ ਬਚਨ ਕਰਦੇ ਨੇ ਕਿ ਜਿਨ੍ਹਾਂ ਉਤੇ ਬਖਸ਼ਿਸ਼ ਹੈ, ਕਰਮ ਭਾਵ ਬਖਸ਼ਿਸ਼, ਜਿਹਦੇ ਉੱਤੇ ਤੇਰੀ ਰਹਿਮਤ ਹੈ, ਉਹ ਤੇਰੇ ਨਾਮਾਂ ਦਾ ਵਰਣਨ ਕਰਦਾ ਏ, ਉਚਾਰਨ ਕਰਦਾ ਹੈ। ਤੇ ਉਹੀ ਪੁਰਸ਼ ਫਿਰ ਸ਼੍ਰੇਸ਼ਟ ਬੁੱਧੀ ਵਾਲੇ ਕਹੇ ਜਾਂਦੇ ਨੇ। ਜਿਹੜੇ ਵੀ ਪ੍ਰਮਾਤਮਾ ਦਾ ਨਾਮ ਜਪਣਗੇ, ਜਿਨ੍ਹਾਂ ਉੱਤੇ ਕਿਰਪਾ ਹੋਵੇਗੀ, ਉਹ ਨਾਮ ਜਪਣਗੇ ਤੇ ਸ਼੍ਰੇਸ਼ਟ ਬੁੱਧੀ ਵਾਲੇ ਬਣ ਜਾਵਣਗੇ। ਐਸੀ ਬਖਸ਼ਿਸ਼ ਅਕਾਲ ਪੁਰਖ ਵਾਹਿਗੁਰੂ ਸਹਿਜੇ ਹੀ ਕਰ ਦਿੰਦੇ ਹਨ ਤੇ ਹੌਲੀ ਹੌਲੀ ਗੁਰਮੁਖ ਉਸੇ ਦਾ ਹੀ ਰੂਪ ਬਣ ਜਾਂਦੇ ਹਨ। ਸੋ ਇਤਨੀ ਹੀ ਵਿਚਾਰ ਆਪ ਜੀ ਨੇ ਪ੍ਰਵਾਨ ਕਰਨੀ ਜੀਓ। ਰਹਿੰਦੀ ਵਿਚਾਰ ਅਗਲਿਆਂ ਸਮਿਆਂ ਦੇ ਵਿੱਚ ਵਿਚਾਰ ਕੀਤੀ ਜਾਵੇਗੀ। ਸੋ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰੂ ਸਾਹਿਬ ਜੀ, ਸਤਿਗੁਰੂ ਸੱਚੇ ਪਾਤਸ਼ਾਹ ਤੇ ਸਤਿਗੁਰਾਂ ਦੀ ਪਿਆਰੀ ਸਤ ਸੰਗਤ ਬਖਸ਼ਣ ਯੋਗ ਹੈ, ਸੋ ਬਖਸ਼ ਲੈਣਾ ਜੀ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਸੋ ਅੰਤ ਵਿੱਚ ਬੜੇ ਹੀ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।